Good morning, dear students. Today we are going to start our next topic, that is organizing. तो मैनेजमेंट ਦੇ ਆਪਣੇ ਕੋਲ जो फंक्शनस है वो अपने को फस्ट प्लैनिंग है। प्लैनिंग आप डिस्कस कर लिया डिटेल ਦੇ ਵਿੱਚ। ਸੈਕਿੰਡ ਆਪਣੇ ਕੋਲ ਕੀ ਆ ऑर्गेनाइजिंग। थर्ड स्टाफिंग डायरैक्टिंग। ਤਾਂ ऑर्गेनाइजिंग ਕੀ ਹੁੰਦਾ ਜਦੋਂ ਆਪਾਂ ਚੀਜ਼ਾਂ ਸਾਰੀਆਂ ਕੀ ਕਰ ਲੈਂਦੇ ਇਕੱਠੀਆਂ, ਉਹ ਵੀ ਸਹੀ ਮੈਨਰ ਦੇ ਵਿੱਚ ਤਾਂ ਕਿ ਆਪਣੇ ਰਿਜ਼ਲਟ ਸਹੀ ਟਾਈਮ ਦੇ ਉੱਪਰ ਕੰਪਲੀਟ ਹੋ ਸਕਣ। ਜਦੋਂ ਆਪਾਂ ਕਹਿੰਦੇ ਕਿ ਆਫਟਰ ਡਿਫਾਈਨਿੰਗ ਦਾ ਆਬਜੈਕਟਿਵ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਾਂ ਕੀ ਕਰਨਾ ਵਾ, ਕਿ ਉਹ ਵੀ ਕਾਹਦੇ ਬੇਸਿਸ ਦੇ ਉੱਪਰ ਜਦੋਂ ਆਪਾਂ ਪਲੈਨਸ ਨੂੰ ਅਚੀਵ ਕੀਤਾ। ਤਾਂ ਨੈਕਸਟ ਸਟੈਪ ਆਪਣਾ ਕਿਹੜਾ ਹੁੰਦਾ ਵਾ, ऑर्गेनाइजिंग ਦਾ ਮਤਲਬ ਆਪਾਂ ਰਿਸੋਰਸਿਸ ਨੂੰ ਸਹੀ ਵੇ ਦੇ ਵਿੱਚ ਲੈ ਕੇ ਆਉਣਾ। ਸੱਚ ਮੈਨਰ ਕਿਹੜਾ ਹੁੰਦਾ ਵਾ, ਸੀਕੁਐਂਸ ਦੇ ਵਿੱਚ ਲੈ ਕੇ ਆਉਣਾ ਤਾਂ ਕਿ ਆਪਣੇ ਜਿਹੜੇ ਆਬਜੈਕਟਿਵਸ ਹੈ ਉਹ ਕੀ ਹੋ ਸਕਣ, ਅਕੰਪਲਿਸ਼ ਮੀਨਸ ਕੰਪਲੀਟ ਹੋ ਸਕਣ। ਨੈਕਸਟ ਆਪਣੇ ਕੋਲ ਕੀ ਮੀਨਿੰਗ ਕੀ ਆ, ऑर्गेनाइजिंग ਇੱਕ ਐਵੇਂ ਦਾ ਪ੍ਰੋਸੈਸ ਹੈ ਜਿਹਦੇ ਵਿੱਚ ਕੀ ਕਰਦੇ ਆ, ਪੁੱਟ ਆਲ ਦਾ ਪਲੈਨਸ, ਹਰ ਇੱਕ ਪਲੈਨ, ਹਰ ਇੱਕ ਪੋਲਿਸੀ, ਹਰ ਇੱਕ ਪ੍ਰੋਗਰਾਮ। ਆਪਾਂ ਪਲੈਨਿੰਗ ਚੈਪਟਰ ਕੀਤਾ ਸੀ, ਉਹਦੇ ਵਿੱਚ ਆਪਾਂ ਪਲੈਨਸ ਦੇ ਵਿੱਚ ਪੋਲਿਸੀਜ਼ ਪੜ੍ਹੀਆਂ ਸੀ, ਪ੍ਰੋਗਰਾਮਸ ਪੜ੍ਹੇ ਸੀ, ਜਿਨ੍ਹਾਂ ਨੂੰ ਆਪਾਂ ਆਰਗੇਨਾਈਜੇਸ਼ਨ ਨੂੰ ਅਚੀਵ ਕਰਨ ਦੇ ਲਈ ਉਹਨਾਂ ਨੂੰ ਐਕਸ਼ਨ 'ਚ ਲੈ ਕੇ ਆਉਣਾ ਹੁੰਦਾ। ਐਂਟਰਪ੍ਰਾਈਜ਼ ਮੀਨਸ ਆਰਗੇਨਾਈਜੇਸ਼ਨ। ਤਾਂ ਫੰਕਸ਼ਨਲ ਟਾਸਕ ਆਪਣਾ ਜਿਹੜਾ ਮੇਨ ਟਾਸਕ ਹੈ ਉਹ ਕੀ ਹੁੰਦਾ ਵਾ, ਬ੍ਰਿੰਗ ਪੀਪਲ ਐਂਡ ਫਿਜ਼ੀਕਲ ਰਿਸੋਰਸਿਸ ਟੂਗੈਦਰ। ਸਾਰਿਆਂ ਨੂੰ ਆਪਾਂ ਇੱਕ ਸਾਥ ਇਕੱਠੇ ਲੈ ਕੇ ਆਉਣਾ ਇਨ ਐਨ ਆਰਡਰਲੀ ਮੈਨਰ ਐਂਡ ਅਰੇਂਜ ਦੈਮ ਇਨ ਕੋਆਰਡੀਨੇਟ ਪੈਟਰਨ ਟੂ ਕੰਪਲਿਸ਼ ਪਲੈਨਡ ਆਬਜੈਕਟਿਵ। ਜਿਹੜੇ ਆਪਾਂ ਸੋਚੇ ਸੀਗੇ ਉਹਨਾਂ ਨੂੰ ਆਪਾਂ ਕੀ ਕਰਨਾ, ਕੰਪਲੀਟ ਕਰਨਾ। ਤਾਂ ऑर्गेनाइजिंग ਕੀ ਕਰਦਾ, ਆਪਣਾ ਫੁਲਫਿਲ ਦਾ ਪ੍ਰੈਕਟੀਕਲ ਰਿਕੁਆਇਰਮੈਂਟ ਆਫ ਮੈਨੇਜਮੈਂਟ ਬਾਈ ਐਸਟੈਬਲਿਸ਼ਮੈਂਟ ਦਾ ਰਿਲੇਸ਼ਨਸ਼ਿਪ ਬਿਟਵੀਨ ਪੀਪਲ ਐਂਡ ਐਕਟੀਵਿਟੀ। ਕਿੰਨਾ ਵਿੱਚ ਆਪਣੇ ਕੋਲੇ ਪਰਸਨ ਦੀਆਂ ਅਤੇ ਕਿਹੜੀਆਂ ਐਕਟੀਵਿਟੀਜ਼ ਆ ਉਹ ਰਿਲੇਸ਼ਨ ਆਪਣਾ ਕਰਦਾ ਵਾ। ਦਾ ਪ੍ਰੋਸੈਸ ਆਫ ऑर्गेनाइजिंग ਇਨਕਲੂਡ ਐਕਟੀਵਿਟੀ ਵਿੱਚ ਬੀਇੰਗ ਆਪਾਂ ਜੋ ਪਲੈਨਸ ਪੋਲਿਸੀਜ਼ ਉਹ ਸਾਰੀਆਂ। ਤਾਂ ਜਿਹੜਾ ऑर्गेनाइजिंग ਗਰੁੱਪ ਆਫ ਪੀਪਲ ਇਜ਼ ਕੋਲੈਕਟਿਵਲੀ ਸੈਂਸ ਇਜ਼ ਨੋਨ ਐਜ਼ ऑर्गेनाइजेशन। ਤਾਂ ਆਪਣੇ ਕੋਲ ਹੁਣ ਅਕੋਰਡਿੰਗ ਟੂ ਹੈਨੀ ਦੇ ਅਕੋਰਡਿੰਗ ऑर्गेनाइजिंग ਇੱਕ ਆਪਣਾ ਹਾਰਮੋਨਾਈਜ਼ ਆਬਜੈਕਟ ਹੈ। ਹਾਰਮੋਨਾਈਜ਼ ਹੁੰਦਾ ਜਿਹੜਾ ਆਪਾਂ ਮਿਲ ਕੇ ਕੋਈ ਚੀਜ਼ ਨੂੰ ਕਰਦੀ ਹੈ। ਹਾਰਮੋਨਾਈਜ਼ ਐਡਜਸਟਮੈਂਟ ਆਫ ਸਪੈਸ਼ਲਾਈਜ਼ ਪਾਰਟਸ ਔਰ ਦਾ ਕੰਪਲਿਸ਼ਮੈਂਟ ਆਫ ਸਮ ਕੋਮਨ ਪਰਪਜ਼ ਔਰ ਪਰਪਜ਼ਿਸ। ਹੁੰਦਾ ਐਨਾਲਿਸਿਸ ਕਰਨਾ ਵਾ। ਸਭ ਤੋਂ ਪਹਿਲਾਂ ਕਿਹੜਾ ਆਬਜੈਕਟਿਵ ਹੁੰਦਾ ਆਪਣਾ, ਪ੍ਰਾਇਮਰੀ। ਪਲੈਨਿੰਗ ਤਾਂ ਆਪਾਂ ਕਰ ਲਈ। ਸੈਕਿੰਡ ਆਪਣਾ ਮੇਨ ਫਸਟ ਫੰਕਸ਼ਨ ਆਪਣਾ ਜੋ ਹੁੰਦਾ ਵਾ ਪਲੈਨਿੰਗ ਆ। ਪਹਿਲਾਂ ਪਲੈਨ ਕੀਤਾ, ਪ੍ਰਾਇਮਰੀ ਫੰਕਸ਼ਨ ਹੋ ਗਿਆ। ਉਸ ਤੋਂ ਬਾਅਦ ਵਿੱਚ ਆਪਾਂ ਕੀ ਕੀਤਾ, ਆਪਾਂ ਦੇਖੇ ਕਿਹੜੇ ਪਾਰਟਸ ਦੇ ਵਿੱਚ, ਜਿਵੇਂ ਅਲੱਗ-ਅਲੱਗ ਪ੍ਰੋਡਕਸ਼ਨ, ਸੇਲ, ਪਰਚੇਜ਼। ਫਿਰ ਆਪਾਂ ਜਿਹੜੇ ਕੋਮਨ ਆਬਜੈਕਟਿਵ ਉਹਨਾਂ ਨੂੰ ਕੀ ਕਰਨਾ, ਆਪਾਂ ਅਚੀਵ ਕਰਨਾ। ਫਿਰ ਆਪਣੇ ਕੋਲ ਰੂਲਸ ਰੈਗੂਲੇਸ਼ਨ ਨੂੰ ਪਰਫੋਰਮ ਕਰਨ ਦੇ ਵਿੱਚ, ਫਰੇਮ ਕਰਨ ਦੇ ਵਿੱਚ ਆਪਣੀ ਹੈਲਪ ਕਰਦਾ ਵਾ। ਇਹ ਇੱਕ ਆਪਣਾ ਆਪਰੇਟਿਵ ਪਾਰਟ ਆਫ ਮੈਨੇਜਮੈਂਟ ਆ, ਮਤਲਬ ਆਪਾਂ ਕੰਮ ਨੂੰ ਕਰਨ 'ਚ ਆਪਣੀ ਹੈਲਪ ਕਰਦਾ ਵਾ। ਇੰਟਰਨਲ ਅਰੇਂਜਮੈਂਟ ਆਫ ਦਾ ਐਡਮਿਨਿਸਟ੍ਰੇਸ਼ਨ। ਇੰਟਰਨਲ ਮਤਲਬ ਵਿਦਿਨ ਆਰਗੇਨਾਈਜੇਸ਼ਨ 'ਚ ਆਪਾਂ ਅਰੇਂਜਮੈਂਟ ਕਰਦੀ ਹੈ ਅਤੇ ਹਾਰਮੋਨਾਈਜ਼ ਲੈ ਕੇ ਆਉਂਦਾ ਵਾ ਬਿਟਵੀਨ 2 ਔਰ ਮੋਰ ਪਰਸਨਸ ਦੇ ਵਿੱਚ। ਕਰੈਕਟਰਿਸਟਿਕ ਔਰ ਫੀਚਰਸ ਕੀ ਆਰਗੇਨਾਈਜੇਸ਼ਨ ਦੀ, ਫਸਟ ਆਪਣੇ ਕੋਲ ਕੀ ਹੈ, ਆਬਜੈਕਟਿਵ। ਸਭ ਤੋਂ ਪਹਿਲਾਂ ਕਹਿੰਦੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਣਾ ਟਾਰਗੇਟ ਕੀ ਹੈ, ਮਤਲਬ ਆਪਣਾ ਆਬਜੈਕਟਿਵ ਕੀ ਹੈ। ਜੇ ਹੁਣ ਆਪਾਂ ਨੂੰ ਆਬਜੈਕਟਿਵ ਹੀ ਨਹੀਂ ਪਤਾ ਫਿਰ ਆਪਾਂ ਟਾਰਗੇਟਸ ਕਿੱਦਾਂ ਕੰਪਲੀਟ ਕਰਾਂਗੇ। ਤਾਂ ਫਸਟ ਆਪਣੇ ਕੋਲ ਕੀ ਹੈ, ਐਨ ਆਰਗੇਨਾਈਜੇਸ਼ਨ ਵਿਦਾਊਟ ਆਬਜੈਕਟਿਵ। ਬਿਨਾਂ ਉਹ ਕਹਿੰਦੇ ਕਿਸੇ ਵੀ ਆਬਜੈਕਟਿਵ ਤੋਂ ਬਿਨਾਂ ਕੀ ਲੱਗਦੇ ਇਹ, ਡਾਇਰੈਕਸ਼ਨ ਲੈਸ ਸ਼ਿਪ। ਜਿਵੇਂ ਆਪਾਂ ਨੂੰ ਪਤਾ ਹੀ ਨਹੀਂ ਕੀ ਕਰਨਾ ਵਾ, ਅਤੇ ਇਸੇ ਕਰਕੇ ਕੀ ਹੈ, the very purpose of establishing the organization is to achieve the predetermine ਹੁੰਦੇ ਜੋ ਆਪਾਂ ਪਹਿਲਾਂ ਤੋਂ ਹੀ ਡਿਸਾਈਡ ਕੀਤੇ ਨੇ, ਉਹ ਆਪਾਂ ਦੇਖ ਲੈਣੇ। ਫਿਰ ਆਪਾਂ ਕੀ ਕਰ ਦੇਣਾ, ਡਿਵਾਈਡ ਕਰ ਦੇਣਾ ਲੇਬਰ। ਕੋਈ ਵੀ ਆਪਾਂ ਆਰਗੇਨਾਈਜੇਸ਼ਨ 'ਚ ਅਗਰ ਆਪਾਂ ਟਾਰਗੇਟਸ ਕੰਪਲੀਟ ਕਰਨੇ ਆ, ਜੋ ਵਰਕਰ ਕੰਮ ਕਰਦੇ ਆ ਉਹਨਾਂ ਨੂੰ ਆਪਾਂ ਕੀ ਕਰ ਦੇਣਾ, ਡਿਵਾਈਡ ਕਰ ਦੇਣਾ ਉਹਨਾਂ ਦੇ ਕੰਮ ਦੇ ਅਕੋਰਡਿੰਗ, ਤਾਂ ਕਿ ਆਪਣੇ ਕੰਮ ਦੇ ਵਿੱਚ ਕੀ ਆ ਸਕੇ, ਐਫੀਸ਼ੀਐਂਸੀ, ਸਪੈਸ਼ਲਾਈਜੇਸ਼ਨ। ਹਰ ਇੱਕ ਪਰਸਨ ਜਦੋਂ ਬਾਰ-ਬਾਰ ਇੱਕ ਹੀ ਕੰਮ ਕਰੂਗਾ ਉਹਦੇ ਵਿੱਚ ਉਹ ਕੀ ਹੋ ਜਾਊਗਾ, ਐਕਸਪਰਟ। ਤਾਂ ਡਿਵੀਜ਼ਨ ਆਫ ਵਰਕ ਕੀ ਹੈ, ਨੈਸੈਸਰੀ ਐਜ਼ ਇਟ ਨਾਟ ਪੋਸੀਬਲ ਫॉर ਸਿੰਗਲ ਪਰਸਨ। ਕਿ ਸਿੰਗਲ ਪਰਸਨ ਉਹ ਕਹਿੰਦੇ ਇਕੱਲਾ ਪਰਫੋਰਮ ਨਹੀਂ ਕਰ ਸਕਦਾ ਸਾਰੇ ਫੰਕਸ਼ਨ ਲਾਈਕ ਪ੍ਰੋਡਕਸ਼ਨ, ਮਾਰਕੀਟਿੰਗ, ਫਿਨਾਂਸ, ਪਰਸੋਨਲ, ਇਹ ਸਾਰੇ ਨਹੀਂ ਕਰ ਸਕਦਾ। ਇਸੇ ਕਰਕੇ ਆਪਾਂ ਡਿਵੀਜ਼ਨ ਆਫ ਲੇਬਰ ਕਰ ਦਿੰਦੇ, ਡਿਵਾਈਡ ਕਰ ਦਿੰਦੇ ਹਾਂ। ਪਹਿਲਾਂ ਆਪਣਾ ਮੇਨ ਕੀ ਸੀਗਾ, ਡਿਵਾਈਡ ਕੀਤਾ। ਡਿਵਾਈਡ ਕਿਉਂ ਕੀਤਾ, ਐਫੀਸ਼ੀਐਂਸੀ ਆਵੇ। ਐਫੀਸ਼ੀਐਂਸੀ ਆਉਣ ਨਾਲ ਕੀ ਹੋ ਗਈ, ਆਪਣੀ ਸਪੈਸ਼ਲਾਈਜੇਸ਼ਨ। ਫਿਰ ਨੈਕਸਟ ਆਪਣੇ ਕੋਲ ਅਥੋਰਿਟੀ ਐਂਡ ਰਿਸਪੋਂਸੀਬਿਲਿਟੀ। ਅਥੋਰਿਟੀ ਦੀ ਰਿਸਪੋਂਸੀਬਿਲਿਟੀ ਆਪਣਾ ਬਹੁਤ ਇੰਪੋਰਟੈਂਟ ਹੈ। ਹੁਣ ਦੇਖੋ ਹਰ ਇੱਕ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਉਹਦੀ ਅਥੋਰਿਟੀ, ਉਹਨੂੰ ਕੀ ਰਾਈਟ ਮਿਲੇ ਹੋਏ ਹੈ, ਉਹਦੀ ਰਿਸਪੋਂਸੀਬਿਲਿਟੀ ਕੀ ਹੈ, ਜ਼ਿੰਮੇਵਾਰੀ ਕੀ ਹੈ। ਕੋਈ ਵੀ ਆਰਗੇਨਾਈਜੇਸ਼ਨ ਆ ਕਹਿੰਦੇ ਦੇਅਰ ਐਗਜ਼ਿਸਟ ਆ ਹਾਇਰਾਰਕੀ ਹੁੰਦਾ, ਸੀਕੁਐਂਸ ਦੇ ਵਿੱਚ ਆਪਾਂ ਸਟੈਪ ਬਾਈ ਸਟੈਪ ਚੱਲਣਾ ਹੁੰਦਾ, ਵਿੱਚ ਇਸਟੈਬਲਿਸ਼ ਅ ਰਿਲੇਸ਼ਨਸ਼ਿਪ ਬਿਟਵੀਨ ਸੁਪੀਰੀਅਰ ਐਂਡ subordinate ਬਿਟਵੀਨ ਦਾ ਇੰਪਲੋਈ। ਸੁਪੀਰੀਅਰਸ ਜੋ ਆਪਣੇ ਕੋਲੇ ਕੌਣ ਹੁੰਦੇ, ਟੌਪ ਲੈਵਲ ਵਾਲੇ,
सबऑर्डिनेट्स होंगे जो लोअर लैवल वाले। हर एक पोजीशन के उपर जो टास्क है आप साइन करने आपू बहुत जरूरी होंगे। नैसैसरी अथॉरिटीज़ डेलीगेटेड टू कंप्लिश दैम, अथॉरिटी उन्होंने वंडन के अपनी हैल्प करती है जो आप सौंप देंगे हैं। फिर अपने को की आता कोआर्डीनेशन। कोआर्डीनेशन की है, इट इज़ एन ऑर्गेनाइजेशन जिहदे आप डिवीजन की लेबर की, जिहदे आपू की किया आप असाइनमेंट असाइन करते अलग अलग टास्क अलग अलग परसन के ताकि आप ऑर्गेनाइजेशन के गोल नूं की कर सकीए अचीव। कोआर्डीनेशन मीनस उन्होंने की होनी चाहिए, सब तो फर्स्ट अपना जोड़ा मेन होंदा वा हारमनी होनी चाहिए उन्होंने, मतलब आपस में कोआर्डीनेशन वो मिल के काम नूं कर सकन। फिर उन्होंने कम्यूनीकेशन, देखो अगर उन्होंने पता ही नहीं कि टारगेट करना कि किस तरीके ना करना, उन्होंने दसिया ही नहीं किसी ने तो अचीव भी नहीं कर पाएंगे। इस करके सब तो पहले दसना बहुत जरूरी है। कोई भी इफैक्टिव कम्यूनीकेशन बनाने के लिए की जरूरी है कि अपनी वो जी हैगी है इनफॉर्मल है, डाउनवर्ड है, अपवर्ड है, की है इनफॉर्मल फॉर्मल। फॉर्मल होंगे विद इन ऑर्गेनाइजेशन आप डीलिंग करनी है, कम्यूनीकेशन करनी है या बाहर करनी है, ठीक है। तो अपने को की है ये नंबर्स ऑफ परसन इनवॉल्व होंगे। कोई भी ऑर्गेनाइजेशन है, एन ऑर्गेनाइजेशन कम इनटू एग्जिस्टेंस कदों आती है, जो दो या दो तो ज़्यादा परसन मिल के उस कॉमन ऑब्जैक्टिव नूं पूरा करने च अपनी हैल्प करते हैं, तो उन्होंने कह सकते। सो इट इनवॉल्व अ नंबर ऑफ परसन फॉर इट्स क्रिएशन। फिर अपने को रिक्वायर स्पैशलिस्ट। स्पैशलिस्ट है भी जोड़े स्पैशल अपने किसी चीज़ के आप कह दें हाई फाई परसनस आप रखते हैं। कोई भी मॉडर्न ऑर्गेनाइजेशन है जी पहला की होंगी ट्रडिशनल पुरानी होंगी सी, वो जोड़े वर्करस होंगे सी उन्होंने इन्नी नॉलेज नहीं होंगी सी इलैक्ट्रॉनिक फॉर्म कह सकते हैं, तो हुण उन्होंने ज़्यादा वा। मॉडर्न ऑर्गेनाइजेशन हैज़ बिकम कंपलैक्स, काफ़ी ज़्यादा कॉम्पलीकेटेड है, कंपलैक्स है, तो वो अपने को इनवॉल्व होंगी है बहुत सारी इन्वैसटमेंट तो लेटेस्ट टैक्नोलॉजी, तो वो करके सो इट नीड असिस्टेंस फ्रॉम स्पैशलिस्ट एट ऑल लैवल। हर एक लैवल 3 लैवल्स होंगे अपनिया, लोअर, मिडल एंड टॉप। टॉप अपनी सब तो हाई वाली है, मिडल अपनी सेंटर वाली, लोअर सब तो नीचे वाली, ठीक है। फीचर्स बाद अपने को की है स्टैप्स। जो स्टैप होंगे वो सीक्वेंस ही करने हैं। देखो फर्स्ट आप की करना वर्क नूं आइडेंटिफाई, फिर डिवीजन, फिर डिपार्टमेंट, फिर असाइन, फिर डेलीगेट, फिर इस्टैबलिश, फिर कोआर्डीनेशन। ये स्टैप है सीक्वेंस ही करोगे तो तुहानूं वधिया नंबर मिलणगे तो इंपॉर्टेंट भी है। तो फर्स्ट अपना स्टैप की है आइडेंटिफाई द वर्क। वर्क नूं की किया आपां आइडेंटिफाई, भी उन्होंने पता होना चाहिए की काम करना अकॉर्डिंग टू प्री डिटरमाइन प्लान आप जो पहला तो डिसाइड किए होंगे ने, सो दैट इट कैन बी कैरिड आउट टू अचीव द ऑब्जैक्टिव ऑफ द और एंटरप्राइज, ताकि आप जोड़ा ऑर्गेनाइजेशन का अपना गोल है उन्होंने आप पूरा कर सकीए। फिर अपने को की आता वा डिवीजन ऑफ वर्क। देखो हुणे आप करैक्टरिस्टिक की सी, ठीक है, कि आप किया ना डिवीजन ऑफ लेबर, तो डिवीजन ऑफ वर्क सेम ही होंगी है। कहते काम नूं आपां की कर देना 2 तो ज़्यादा पार्ट्स के विच वंड देना। तो डिवाइड सच नो डुप्लीकेशन ऑफ द वर्क एंड बर्डन ऑफ वर्क कैन बी शेयर बिटवीन वेरियस इंप्लॉय। तो वह मतलब होंगे कि आप वो नहीं करना है। डिवीजन ऑफ वर्क का मतलब होंगे वा की लैके आना आप स्पैशलाइजेशन एंड एफिशिएंसी। ये चीज़ां होनियां बहुत जरूरी है, एफिशिएंसी एंड स्पैशलाइजेशन। फॉर एग्जाम्पल इन अ स्कूल डिफरेंट टीचर्स आर इंप्लॉयड टू टीच डिफरेंट सबजैक्ट। हुण देखो तो स्कूल के लाइक बिजनेस स्टडी है, ठीक है, वो कौन तुहानूं टीच करवा रहा वा, इकनॉमिक्स कौन करवा रहा वा, अकाउंट्स कौन करवा रहा वा, या मैथ साइंस, वो सारे अलग अलग सबजैक्ट लिए टीचर होंगे हैं। तो उन्होंने आप की बोल दें डिवीजन ऑफ वर्क। सिमिलरली वो कहते क्लैरिकल एंड ऑफिस वर्क लाइक कलैक्शन ऑफ फीस करनी है, रिकॉर्ड मेनटेन करना स्टूडेंट्स का या स्टाफ मैंबर्स का, वो सारा की है वो हैंडल कि द्वारा किया जाता ऑफिस स्टाफ। जो आप स्टेशनरी खरीदनी है कंपनी वो कि द्वारा खरीदा जाऊगा ऑफिस स्टाफ द्वारा। इसी करके आप की करता डिवीजन ऑफ वर्क। फिर अपने को की है डिपार्टमेंटेशन। डिपार्टमेंटेशन हो कहते डिवीजन करता आप पहला आप वर्क नूं देखिया आइडेंटिफाई करने तो बाद आप डिवीजन की, फिर आप डिपार्टमेंटेशन है मतलब उन्होंने वंडता कि ग्रुप के। आफ्टर डिवाइडिंग द वर्क नूं वंडन तो बाद इंटू स्मॉलर एंड मैनेजेबल एक्टिविटीज़ रिलेटेड एंड सिमिलर एक्टिविटी आर ग्रुप टुगैदर। जी आप कोई भी चीज़ कर सकते हैं। प्रोसैस ऑफ ग्रुपिंग की है सिमिलर एक्टिविटीज़, उन्होंने आप जी सेम एक्टिविटीज़ होंगे लाइक फंक्शनल सारिया एक्टिविटी कहते जी रिलेट कर दिया वा ग्रुप के नाम दे देंगे फंक्शन। लाइक अपने को लेके ऑल एक्टिविटी रिलेट टू परचेज आर असाइन टू परचेज डिपार्टमेंट। तो फिर अपने को की है परचेज डिपार्टमेंट एंड
परचेज डिपार्टमेंट, सेल्स टू सेल डिपार्टमेंट, ठीक है, वो सारियां कहते वो अकॉर्डिंग आप वंड देनिया। फिर डिविजनल डिपार्टमेंटेशन, फिर फंक्शनल सीगा हुण डिविजनल है, इहदे विच भी अपना इस तरीके नाल ही है कि डिपार्टमेंट नूं आपां वंड देना, बहुत यूजफुल बनाना ताकि आपां उन्हां नूं सही तरीके नाल प्रोडक्ट नूं बना सकीए। फॉर एग्जाम्पल कोई भी ऑर्गेनाइजेशन है प्रोड्यूस करती पई गारमेंट्स, कॉस्मैटिक, ठीक है, फुटवीयर, then different departments division are created for each these product and all activity related to one product, ठीक है, तो उन्होंने आप कह देना कि अलग अलग उन्होंने डिवाइड कर देना। फिर अपने को की आंदा वा असाइनमेंट ऑफ टास्क, असाइनिंग काम नूं ड्यूटीज़ वंड देनिया, ग्रुपिंग करती एक ही डिपार्टमेंट विच, कहते अपना अगला स्टैप है द नैक्सट स्टैप है डिफाइन वर्क डिफरेंट पोजीशन, तो अकॉर्डिंगली एलोकेट वर्क जो आप वंडिया होया वा डिफरेंट इंपलॉइज़ के विच किस तरीके नाल करना वा, तो कि इन्हां दा मेन एक ही एम हुंदा वा, द एम ऑफ द दिस स्टैप इज़ प्लेस राइट मैन एट राइट जॉब। हर एक परसन वो स्किल के अकॉर्डिंग, वो एबिलिटी के अकॉर्डिंग आप उन्होंने काम नूं की कर देना, वंड देना, एबिलिटी एंड स्किल के अकॉर्डिंग। फिर आप की कर देनी अथॉरिटी डेलीगेशन, डेलीगेशन उन्होंने जो राइट्स है वो की कर देने, सौंप देनी। जी अथॉरिटी नहीं हैगी तो ऑलमोस्ट वो कहते की है इम्पॉसिबल फॉर एनी बॉडी टू गेट वर्क डन फ्रॉम देयर सबॉर्डिनेट, इसे करके हर एक आप स्टैप की कर दें हैं, काम नूं वंड दें हैं। फिर आप उन्होंने रिलेशन इस्टैबलिश करने, अ परसन मस्ट नो हिज पोजीशन इन रिलेशन हिज सुपीरियर एंड सबॉर्डिनेट, हम हर एक नूं पता वा उसका सुपीरियर ना की रिलेशन है, सबॉर्डिनेट्स ना की है, तो जो काम हम सुपीरियर ने देता तो वह परसन उन्होंने रिपोर्ट भी करूगा एंड अकाउंटेबल भी होगा। अकाउंटेबल होंदा अनसरेबल करना आप किसी चीज़ में। फिर कोऑर्डिनेशन, कोऑर्डिनेशन होनी बहुत ज़्यादा जरूरी है। इन एन ऑर्गेनाइजेशन डिफरेंट परसन आर असाइन डिफरेंट टास्क, आपां पता ऑर्गेनाइजेशन में आप हर एक परसन नूं उहदे काम के अकॉर्डिंग डिवाइड कर देंगे हैं, तो कोऑर्डिनेशन है। कोऑर्डिनेशन की है एवरी परसन इज डूइंग इज स्पैशलाइज्ड जॉब, हर एक परसन आपकी जॉब के की है स्पैशलाइज है, तो वो करके की है कहते जो मिल के काम करनगे तो की आ जाती है अपनी कोऑर्डिनेशन। फिर अपने को आते हैं प्रिंसीपल्स, प्रिंसीपल्स है कहते अपने को द प्रिंसीपल्स एक किहदे द्वारा किए गए है, मैनेज जो किए गए हैं हैनरी फ्योल, FW टेलर, लेंडल रिविक एंड अदर्स। हम देखो आप चैप्टर किया सीगा प्रिंसीपल ऑफ मैनेजमेंट एंड साइंटिफिक मैनेजमेंट। साइंटिफिक मैनेजमेंट अपना दिता सी FW टेलर ने, हैनरी फ्योल दिता सी प्रिंसीपल ऑफ, तो वो आप अज प्रिंसीपल्स करने ने, सेम थोड़ा बहुता चेंजिज अपने को है। फस्ट की अपने को यूनिटी ऑफ ऑब्जैक्टिव, ऑब्जैक्टिव की है उन्होंने की होनी चाहिए पहला यूनिटी, आप उन्होंने काम नूं सही तरीके नाल कर सकी, यूनिटी होनी चाहिए आपस च काम करन बिना किसी स्ट्रैस तो। फिर काम नूं की करता डिवाइड उन्होंने दी काम के अकॉर्डिंग। फिर स्केलर चेन, स्केलर चेन हुंदा वा एक आप टॉप टू बॉटम जाना, लाइक अपने को A है, B है, C है, A ने C पहला जे C तक भी जाना, B तक जाऊगा, फिर C तक, फिर D तक, मतलब ऊपर तो नीचे, नीचे तो ऊपर जाना। फिर स्पैन ऑफ कंट्रोल, कंट्रोल करन दा अपने को टाइम पीरियड किस तरीके का वा, हुण ओह कहंदे की है हाउ मैनी सबॉर्डिनेट कैन अ मैनेजर सुपरवाइज इफैक्टिवली, किन्ने मैनेजर्स अपने इफैक्टिवली कर सकते हैं। द मैनेजमेंट एक्सपर्ट आर नॉट अनमिसियस रिगार्डिंग द एग्जैक्ट नंबर ऑफ सबॉर्डिनेट विच अ मैनेजर कैन सुपरवाइज, तो उन्होंने आप की बोल दें स्पैन ऑफ कंट्रोल कि किहदे अकॉर्डिंग आप उन्होंने कंट्रोल करी जाना। जनरली स्पैन की हुंदा कहते स्मॉलर एट हायर लैवल ऑफ मैनेजमेंट एंड लार्जर एट लोअर लैवल, जो आप स्पैन कंट्रोल करन दा अपना जो हुंदा वा, जो लार्जर है वो आप लोअर लैवल वास्ते, तो जो छोटा वा वो वड्डियां वास्ते। तो कोऑर्डिनेशन की है ओवरऑल ऑब्जैक्टिव जो ऑर्गेनाइजेशन के उन्होंने पूरा करन दे लई उन्होंने सुपीरियर एंड सबॉर्डिनेट्स की होनी चाहिए है कोऑर्डिनेशन। फिर अपने को की है फंक्शनल डेफिनेशन, की डेफिनेशन दी गई है दैट फंक्शन ऑफ एवरी इंप्लॉय एंड डिपार्टमेंट शुड बी क्लीयरली डिफाइन, हर एक परसन उन्होंने ऑब्जैक्टिव क्लीयरली दसे गए है तो स्पैसीफाई किए गए हैं। इन्हां दा मतलब हुंदा इट इंड्यूस अ सेंस ऑफ रिस्पॉन्सिबिलिटी अमंग द इंप्लॉयज़ एंड अवॉइड अननैसेसरी ओवरलैपिंग, भी ਜਿਹੜੀਆਂ कन्फ्यूजनस अपनियां होनियां ਹੁੰਦੀਆਂ ਵਾ ज़्यादा लोड़ तो ज़्यादा उन्होंने आप दूर करते रहना। फिर अपने को लिखिए यूनिटी ऑफ कमांड, मीनस वो कहते अपने को सिंगल बॉस होना चाहिए, जे सिंगल बॉस होगा तो वो ज़्यादा वधिया हुंदा वा, ठीक है। सिंगल बॉस नाल कहते आपां नूं ज़्यादा बैटर आपां नूं वधिया तरीके नाल आपां उन्हां नूं कर सकदे अपने बेसिक आइडियाज़ वगैरह। तो की होना चाहिए अपने को
ਸਿੰਗਲ ਬੌਸ, ਜੇ ਆਪਣੇ ਤੋਂ ਇੱਕ ਮੰਨ ਲਓ A ਪਰਸਨ ਹੈ, ਠੀਕ ਹੈ, A ਆਪਣਾ ਬੌਸ ਹੈ। ਹੁਣ ਇਹਨੇ ਆਪਾਂ ਨੂੰ B ਨੂੰ ਵੀ ਕੰਮ ਦਿੱਤਾ, C ਨੂੰ ਵੀ ਅਤੇ D ਨੂੰ ਵੀ। ਅਗਰ ਆਪਣੇ ਕੋਲ ਕੀ ਹੈ, ਇੱਕ ਪਰਸਨ ਬੌਸ ਹੋਰ ਹੈ, ਸਪੋਜ਼ ਆਪਣੇ ਕੋਲ B ਨਾਮ ਦਾ ਹੀ ਬੌਸ ਹੈ, ਠੀਕ ਹੈ, ਇੱਥੇ ਆਪਾਂ ਪਰਸਨ ਬਣਾ ਲੈਂਦੇ ਹਾਂ। ਤਾਂ ਹੁਣ ਇਹਨਾਂ ਨੇ ਵੀ ਇਹਨੂੰ ਕੰਮ ਦੇਤਾ, ਇਹਨੂੰ ਵੀ ਦੇਤਾ ਅਤੇ ਇਹਨੂੰ ਵੀ ਦੇਤਾ, ਤਾਂ ਹੁਣ ਦੋਨਾਂ ਨੇ ਡਿਵਾਈਡ ਕਰਤਾ। ਤਾਂ ਹੁਣ ਜਿਹੜੀ ਆਹ ਵਿਚਾਰੇ ਪਰਸਨਸ ਹੈ, ਇਹ ਕਿਹਨਾਂ ਦੀ ਗੱਲ ਸੁਣਨ, ਇਹਦੀ A ਬੌਸ ਦੀ ਸੁਣਨ ਕਿ B ਬੌਸ ਦੀ। ਤਾਂ ਇਸੇ ਕਰਕੇ ਉਹ ਕਹਿੰਦੇ ਕੰਮ ਨੂੰ ਕੰਪਲੀਟ ਕਰਨ ਦੇ ਲਈ ਆਪਣੇ ਕੋਲ ਇੱਕ ਸਿੰਗਲ ਬੌਸ ਹੋਣਾ ਚਾਹੀਦਾ, ਬਸ ਆਹ ਨਹੀਂ ਹੋਣਾ ਚਾਹੀਦਾ, ਇੱਕ A ਹੋਣੀ ਚਾਹੀਦੀ ਹੈ, ਤਾਂ ਕਿ ਉਹ ਟਾਈਮ ਦੇ ਉੱਪਰ ਉਹਨਾਂ ਨੂੰ ਕੰਮ ਨੂੰ ਕੰਪਲੀਟ ਕਰ ਸਕਣ। ਨੈਕਸਟ ਆਪਣੇ ਕੋਲ ਕੀ ਹੈ, ਮੈਨੇਜਮੈਂਟ ਬਾਏ ਐਕਸੈਪਸ਼ਨ। ਇਹਨਾਂ ਦਾ ਮਤਲਬ ਕੀ ਹੁੰਦਾ ਵਾ, ਉਹ ਕਹਿੰਦੇ ਜੋ ਆਪਾਂ ਨੂੰ ਇਹ ਕੀ ਸੁਜੈਸਟ ਕਰਦਾ ਵਾ, ਜਿਹੜੇ ਮੈਟਰਸ ਆਫ ਐਕਸਟਰੀ ਆਰਡੀਨਰੀ ਇੰਪੋਰਟੈਂਸ ਐਂਡ ਅਨਯੂਜ਼ਲ ਨੇਚਰ ਸ਼ੁੱਡ ਬੀ ਰੈਫਰ ਟੂ ਟੌਪ ਮੈਨੇਜਮੈਂਟ, ਠੀਕ ਹੈ, ਟੌਪ ਮੈਨੇਜਮੈਂਟ ਫੋਰ ਕੰਸੀਡਰੇਸ਼ਨ। ਜਦੋਂ ਆਪਾਂ ਮੈਟਰਸ ਡੇਲੀ ਬੇਸਿਸ 'ਤੇ ਚੈੱਕ ਕੀਤੇ ਜਾਂਦੇ ਹੈ ਤਾਂ ਕੀ ਹੈ, ਇਟ ਇਨੇਬਲ ਦਾ ਹਾਇਰ ਮੈਨੇਜਮੈਂਟ ਟੂ ਲੁੱਕ ਆਫਟਰ ਦਾ ਅਦਰ ਇੰਪੋਰਟੈਂਟ ਥਿੰਗਸ। ਤਾਂ ਉਹਨੂੰ ਆਪਾਂ ਬੋਲ ਦਿੰਦੇ ਹਾਂ, ਇਹ ਜਿਹੜੀ ਆਪਣੀ ਬਣਦੀ ਹੈ ਆਰਗਨਾਈਜ਼ਿੰਗ ਸਟਰੋਂਗ ਐਂਡ ਇਫੈਕਟਿਵ। ਐਕਸੈਪਸ਼ਨ ਮਤਲਬ ਜਿਨ੍ਹਾਂ ਚੀਜ਼ਾਂ ਨੂੰ ਆਪਾਂ ਕਿਹਦੇ ਦੁਆਰਾ ਕੀ ਚੀਜ਼ ਛੱਡ ਕੇ, ਆਪਾਂ ਕਿਹਨੂੰ ਦੇਖਦੇ ਪਏ ਹਾਂ ਇਹਦੇ ਵਿੱਚ, ਲੋਅਰ ਮੈਨੇਜਮੈਂਟ ਨੂੰ ਛੱਡ ਕੇ ਬਾਕੀਆਂ ਨੂੰ ਦੇਖਣਾ, ਬਾਕੀਆਂ ਨੂੰ ਇੰਪੋਰਟੈਂਸ ਦੇਣੀ। ਕੰਟੀਨਿਊਟੀ, ਇਹ ਆਪਣਾ ਕੰਟੀਨਿਊਟੀ ਕਿਸ ਤਰੀਕੇ ਨਾਲ ਲਗਾਤਾਰ ਚੱਲਦਾ ਵਾ, ਇਹ ਡਿਪੈਂਡ ਕਰਦਾ ਆਪਣਾ ਬਿਜ਼ਨਸ ਦੇ ਉੱਪਰ। ਕਹਿੰਦੇ ਜੋ ਇਹ ਫਲੈਕਸੀਬਲ ਨੇਚਰ ਦਾ ਹੋਣਾ ਚਾਹੀਦਾ ਵਾ, ਤਾਂ ਕਿ ਅਕੋਰਡਿੰਗ ਟੂ ਸਰਕਮਸਟੈਂਸ, ਅਕੋਰਡਿੰਗ ਟੂ ਸਿਚੁਏਸ਼ਨ ਆਪਾਂ ਉਹਨਾਂ ਨੂੰ ਕੀ ਕਰਦੇ ਰਹੀਏ, ਚੇਂਜ। ਯੂਨਿਟੀ ਆਫ ਡਾਇਰੈਕਸ਼ਨ ਕੀ ਹੈ, ਇਹ ਕੀ ਸੁਜੈਸਟ ਕਰਦਾ ਵਾ, ਆਪਣੇ ਕੋਲ ਇੱਕ ਹੀ ਹੈੱਡ ਹੋਊਗਾ, ਇੱਕ ਹੀ ਪਲਾਨ ਹੋਊਗਾ। ਲਾਈਕ ਆਪਾਂ ਯੂਨਿਟੀ ਆਫ ਕਮਾਂਡ ਕੀਤਾ ਸੀ, ਕਮਾਂਡ ਵਿੱਚ ਹੁਣ ਆਪਣੇ ਕੋਲ ਟਾਸਕ ਅਲੱਗ-ਅਲੱਗ ਹੋ ਸਕਦੇ ਹੈ, ਬਟ ਇਹਦੇ ਵਿੱਚ ਇੱਕ ਹੀ ਪਲਾਨ, ਇੱਕ ਹੀ ਹੈੱਡ ਹੋਊਗਾ, ਠੀਕ ਹੈ, ਸੇਮ ਆਬਜੈਕਟਿਵ ਨੂੰ ਕੰਪਲੀਟ ਕਰਨ ਦੇ ਲਈ। ਬੈਲੈਂਸ, ਇਹ ਬੈਲੈਂਸ ਮੇਨਟੇਨ ਕਰਦਾ ਵਾ ਸੈਂਟਰਲਾਈਜੇਸ਼ਨ ਐਂਡ ਡੀਸੈਂਟਰਲਾਈਜੇਸ਼ਨ। ਸੈਂਟਰਲਾਈਜੇਸ਼ਨ ਦਾ ਉੱਪਰਲੀ ਅਥਾਰਟੀ, ਡੀਸੈਂਟਰਲਾਈਜੇਸ਼ਨ ਦਾ ਨੀਚੇ ਵਾਲੀ ਅਥਾਰਟੀ, ਉਹਨਾਂ ਦੋਨਾਂ ਨੂੰ ਮੇਨਟੇਨ ਕਰਨ ਦੇ ਲਈ ਆਪਣੇ ਕੋਲ ਇਹ ਹੈ। ਇਹਨਾਂ ਨੂੰ ਪਤਾ ਵਾ ਕਿ ਕਿਸ ਤਰੀਕੇ ਨਾਲ ਕਿਹੜੀ ਐਕਟੀਵਿਟੀ ਕਿਹਨੇ ਵਧਾਉਣੀ ਹੈ ਅਤੇ ਕਿਹਨੇ ਕੰਟਰੋਲ ਕਰਨਾ, ਦੋਨਾਂ ਵਿੱਚ ਆਪਾਂ ਕੀ ਰੱਖਦੇ ਹਾਂ, ਬੈਲੈਂਸ। ਫਲੈਕਸੀਬਿਲਿਟੀ, ਅਕੋਰਡਿੰਗ ਟੂ ਸਿਚੁਏਸ਼ਨ ਨੂੰ ਕੀ ਕਰਦੇ ਰਹਿਣਾ ਚਾਹੀਦਾ ਆਪਾਂ ਨੂੰ, ਚੇਂਜ। ਫਿਰ ਅਥਾਰਟੀ ਐਂਡ ਰਿਸਪੋਂਸੀਬਿਲਿਟੀ ਰਿਲੇਸ਼ਨਸ਼ਿਪ। ਅਥਾਰਟੀ ਉਹ ਕਹਿੰਦੇ ਜੋ ਆਪਾਂ ਨੂੰ ਅਥਾਰਟੀ ਦਿੱਤੀ ਗਈ ਹੈ ਅਤੇ ਰਿਸਪੋਂਸੀਬਿਲਿਟੀ ਕੀ ਆ, ਉਹ ਦੋਨੋਂ ਮੈਚ ਹੋਣੀਆਂ ਚਾਹੀਦੀਆਂ, ਤਾਂ ਕਿ ਆਪਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਅਕੰਪਲਿਸ਼ ਕਰ ਸਕੀਏ। ਫਿਰ ਲੀਡਰਸ਼ਿਪ, ਲੀਡਰਸ਼ਿਪ ਉਹ ਕਹਿੰਦੇ ਕਿਹੜੀ ਕਿਹੜੀ ਹੈ, ਇਫੈਕਟਿਵ ਹੋਣੀ ਚਾਹੀਦੀ ਹੈ ਹਰ ਇੱਕ ਤਰ੍ਹਾਂ ਦੀ। ਐਫੀਸ਼ੀਐਂਸੀ, ਆਪਾਂ ਐਫੀਸ਼ੀਐਂਸੀ ਉਹ ਕਹਿੰਦੇ ਜੋ ਵੀ ਪਰਫੋਰਮੈਂਸ ਹੈ ਉਹ ਪਰਫੋਰਮ ਆਪਣੀ ਵਧੀਆ ਤਰੀਕੇ ਨਾਲ ਹੋ ਸਕੇ, ਆਪਟੀਮਮ ਯੂਟੀਲਾਈਜੇਸ਼ਨ ਆਫ ਰਿਸੋਰਸ ਹੋਣ, ਬਟ ਮਿਨੀਮਮ ਕੋਸਟ ਦੇ ਉੱਪਰ। ਤਾਂ ਆਪਣੇ ਅੱਜ ਆਪਾਂ ਇਹੀ ਟੌਪਿਕ ਕਰਨੇ ਹੈ, ਪ੍ਰਿੰਸੀਪਲਸ, ਠੀਕ ਹੈ, ਆਪਣੇ ਕੋਲ ਸਟੈਪਸ ਕਿਹੜੇ ਕਿਹੜੇ ਨੇ ਪ੍ਰੋਸੈਸ ਦੇ, ਪ੍ਰਿੰਸੀਪਲ, ਪ੍ਰੋਸੈਸ, ਫੀਚਰਸ ਐਂਡ ਮੀਨਿੰਗ।